किताब विपरण की रीत तो सच दा मार्ग भाग 6वां तीजे कांड का चौथा भाग गरुड़ पुराण का संखेप रूप अध्याय 9वां 10वां अते 11वां। लेखक सरदार गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। गरुड़ पुराण का अध्याय 9वां। गरुड़ जी श्री भगवान जी की सेवा विच प्रार्थना करते हैं कि हे श्री भगवान जी, हुण मरण समय के दान का जो करतव्य है किरपा करके उसका वर्णन करो। श्री भगवान जी कहते हैं, हे गरुड़, जदों शरीर धारी अपने शरीर नूं छड्डना चाहे उस समय तुलसी जी के नेड़े गोहे का चौंका फेरे, उस पर मेरे पसीने चों पैदा होए तिल ते मेरे रोमां चों पैदा हुई कुशा विछाए। उस तो असुर दानव ते दैंत दूर तो ही भज जाते हैं। फिर उस जगह सालग्राम जी की मूर्ति सथापित करे अते नाल जिथे दुनिया के संतापां नूं दूर करन वाली तुलसी दे बूटे की छां है, उत्थे मरण वाले की अवश्य मुक्ति हो जाती है। जिस घर विच तुलसी का बूटा है वो घर तीर्थ रूप है, उत्थे जमदूत नहीं आउंदा, चाहे मनुख ने किन्ने पाप कीते होण। तुलसी पत्तर मूँह विच रख के ਜਿਹੜਾ ਮਨੁੱਖ ਤਿਲ ਤੇ ਕੁਸ਼ਾ ਦੇ ਆਸਣ ਪਰ ਮਰਦਾ ਹੈ, ਉਹ ਚਾਹੇ ਪੁੱਤਰਹੀਣ ਹੀ ਕਿਉਂ ਨਾ ਹੋਵੇ, ਉਹ ਬੈਕੁੰਠ ਵਿੱਚ ਅਵੱਛ ਜਾਂਦਾ ਹੈ। ਕੁਸ਼ਾ ਦੰਭ ਦੀ ਜੜ ਵਿੱਚ ਬ੍ਰਹਮਾ ਜੀ, ਕੁਸ਼ਾ ਦੇ ਮੱਧ ਵਿੱਚ ਵਿਸ਼ਨੂੰ ਜੀ ਤੇ ਕੁਸ਼ਾ ਦੇ ਅਗਲੇ ਹਿੱਸੇ ਵਿੱਚ ਸ਼ਿਵ ਜੀ ਸਥਿਤ ਹਨ। ਇਸ ਲਈ ਕੁਸ਼ਾ, ਅਗਨੀ, ਮੰਤਰ, ਤੁਲਸੀ, ਬ੍ਰਾਹਮਣ ਤੇ ਗਊ ਇਹ ਬਾਰ-ਬਾਰ ਕੰਮ ਵਿੱਚ ਲਿਆਉਣ ਪਰ ਵੀ ਅਸ਼ੁੱਧ ਨਹੀਂ ਹੁੰਦੇ। ਇਸ ਤੋਂ ਪਿੱਛੋਂ ਅਤੁਰ ਨੂੰ ਲਿਪੀ ਹੋਈ ਭੂਮੀ 'ਤੇ ਸੁਆ ਕੇ ਉਸ ਦੇ ਮੂੰਹ ਵਿੱਚ ਸੋਨਾ ਤੇ ਰਤਨ ਪਾਓ ਤੇ ਭਗਵਾਨ ਵਿਸ਼ਨੂੰ ਜੀ ਦਾ ਸਰੂਪ ਜੋ ਸਾਲਗ੍ਰਾਮ ਹੈ ਉਹਦਾ ਚਨਾਮ੍ਰਿਤ ਦਿਓ। ਜਿਹੜਾ ਮਨੁੱਖ ਭਗਵਾਨ ਦੇ ਚਰਨਾਮ੍ਰਿਤ ਦੀ ਇੱਕ ਬੂੰਦ ਵੀ ਪੀ ਲੈਂਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਕੇ ਭਗਵਾਨ ਦੇ ਬੈਕੁੰਠ ਲੋਕ ਵਿੱਚ ਚਲਾ ਜਾਂਦਾ ਹੈ। ਫਿਰ ਮਹਾਂਪਾਪਾਂ ਦਾ ਨਾਸ਼ ਕਰਨ ਵਾਲਾ ਗੰਗਾ ਜਲ ਜੋ ਸਭ ਤੀਰਥਾਂ ਦੇ ਇਸ਼ਨਾਨ, ਦਾਨ, ਪੁੰਨ ਦੇ ਫਲ ਦੇਣ ਵਾਲਾ ਹੈ ਤੇ 1000 ਚੰਦਰਾਇਣ ਦੇ ਵਰਤ ਬਰਾਬਰ ਮਰਨ ਵਾਲੇ ਪ੍ਰਾਣੀ ਨੂੰ ਪਿਲਾਇਆ ਜਾਏ। ਹੇ ਗਰੁੜ, ਜਿਵੇਂ ਰੂੰ ਦੇ ਢੇਰ ਨੂੰ ਅੱਗ ਭਸਮ ਕਰ ਦਿੰਦੀ ਹੈ, ਇਸੇ ਤਰ੍ਹਾਂ ਹੀ ਗੰਗਾ ਜਲ ਪੀਣ ਨਾਲ ਸਭ ਪਾਪ ਭਸਮ ਹੋ ਜਾਂਦੇ ਹਨ। ਜਿਹੜਾ ਮਨੁੱਖ ਸੂਰਜ ਦੀਆਂ ਕਿਰਨਾਂ ਨਾਲ ਤਪਿਆ ਹੋਇਆ ਗੰਗਾ ਜਲ ਪੀਂਦਾ ਹੈ, ਉਹ ਸਭ ਜੂਨੀਆਂ ਤੋਂ ਛੁੱਟ ਕੇ ਬੈਕੁੰਠ ਨੂੰ ਚਲਾ ਜਾਂਦਾ ਹੈ। ਜਿੰਨੀਆਂ ਨਦੀਆਂ ਹਨ ਉਹਨਾਂ ਦੇ ਜਲ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ, ਪਰ ਗੰਗਾ ਜੀ ਦੇ ਦਰਸ਼ਨ ਕਰਨ ਨਾਲ, ਸਪਰਸ਼ ਕਰਨ ਨਾਲ, ਗੰਗਾ ਜਲ ਪੀਣ ਨਾਲ ਤੇ ਗੰਗਾ ਦਾ ਨਾਮ ਲੈਣ ਨਾਲ ਹੀ ਸੈਂਕੜੇ ਦੇ ਹਜ਼ਾਰਾਂ ਮਨੁੱਖ ਪਵਿੱਤਰ ਹੋ ਜਾਂਦੇ ਹਨ। ਜਿਹੜੇ ਪੁਰਸ਼ ਮਰਨ ਸਮੇਂ ਸੰਨਿਆਸ ਧਾਰਨ ਕਰਕੇ ਵਰਤ ਕਰੇ ਜਾਂ ਹਰ ਇੱਕ ਵਸਤੂ ਦੇ ਤਿਆਗ ਕਰਨ ਦਾ ਵਰਤ ਧਾਰਨ ਕਰੇ, ਉਹ ਬੈਕੁੰਠ ਵਿੱਚ ਜਾ ਕੇ ਫਿਰ ਜਨਮ ਨਹੀਂ ਲੈਂਦਾ। ਦਾਨ ਦੇ ਪ੍ਰਤਾਪ ਨਾਲ ਧਰਮੀ ਮਨੁੱਖ ਦੇਵਤਿਆਂ ਤੋਂ ਵੀ ਪੂਜਨੀਕ ਹੋ ਕੇ ਸਵਰਗ ਵਿੱਚ ਜਾਂਦੇ ਹਨ। ਗਰੁੜ ਪੁਰਾਣ ਅਧਿਆਏ 10ਵਾਂ। ਗਰੁੜ ਜੀ ਕਹਿੰਦੇ ਹਨ ਕਿ ਹੇ ਭਗਵਾਨ, ਮਨੁੱਖ ਦੇ ਸਰੀਰ ਦਾ ਦਾਹ ਕਰਮ ਕਿਹੜੇ ਢੰਗ ਨਾਲ ਕੀਤਾ ਜਾਏ। ਸ੍ਰੀ ਵਿਸ਼ਨੂੰ ਜੀ ਬੋਲੇ ਕਿ ਹੇ ਗਰੁੜ, ਪ੍ਰਾਣੀ ਦੇ ਮਰਨ ਤੋਂ ਬਾਅਦ ਜੋ ਕਿਰਿਆ ਕਰਮ ਕੀਤਾ ਜਾਂਦਾ ਹੈ, ਉਸ ਦੇ ਕਰਨ ਨਾਲ ਪੁੱਤਰ ਤੇ ਪੋਤਰੇ ਪਿਤਾ ਦੇ ਰਿਣ ਤੋਂ ਮੁਕਤ ਹੋ ਜਾਂਦੇ ਹਨ। ਬਹੁਤੇ ਸਾਰੇ ਦਾਨ ਤੋਂ ਤਦ ਹੀ ਲਾਭ ਪ੍ਰਾਪਤ ਹੁੰਦਾ ਹੈ ਜੇ ਆਪਣੇ ਮਾਤਾ ਪਿਤਾ ਦਾ ਕਿਰਿਆ ਕਰਮ ਵਿਧੀ ਅਨੁਸਾਰ ਕਰੇ। ਸੋ ਮਾਤਾ ਜਾਂ ਪਿਤਾ ਦੇ ਮਰਨਪੁਰ ਪੁੱਤਰ ਆਪਣੇ ਸੰਬੰਧੀਆਂ ਸਮੇਤ ਮੁੰਡਨ ਕਰਵਾਏ। ਮੁੰਡਨ ਨਾ ਕਰਵਾਉਣ ਵਾਲਾ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਉਤਰ ਸਕਦਾ। ਇਸ ਲਈ ਨਹੁੰ ਤੇ ਕੱਛ ਤੋਂ ਬਿਨਾਂ ਸਭ ਮੁੰਡਨ ਕਰਵਾਉਣਾ ਚਾਹੀਦਾ ਹੈ। ਫਿਰ ਸੰਬੰਧੀਆਂ ਸਮੇਤ ਇਸ਼ਨਾਨ ਕਰਕੇ ਸਾਫ਼ ਧੋਤੇ ਹੋਏ ਬਸਤਰ ਧਾਰਨ ਕਰਨੇ ਚਾਹੀਦੇ ਹਨ। ਫਿਰ ਸ਼ੁੱਧ ਨਵੇਂ ਜਲ ਨਾਲ ਮ੍ਰਿਤਕ ਦਾ ਇਸ਼ਨਾਨ ਕਰਵਾਵੇ। ਚੰਦਨ, ਫੁੱਲ ਮਾਲਾ ਤੇ ਗੰਗਾ ਜਲ ਨਾਲ ਅਤੇ ਨਵੇਂ ਬਸਤਰਾਂ ਨਾਲ ਮ੍ਰਿਤਕ ਨੂੰ ਢੱਕ ਕੇ ਸ਼ੋਭਿਤ ਕਰੇ। ਆਪਣੇ ਨਾਂ ਅਤੇ ਗੋਤਰ ਦਾ ਉਚਾਰਨ ਕਰਕੇ ਸੰਕਲਪ ਕਰਕੇ ਦੱਖਣਾ ਮਾਇਆ ਬ੍ਰਾਹਮਣ ਨੂੰ ਭੇਟਾ ਕੀਤਾ ਜਾਣ ਵਾਲਾ ਧਨ ਸਮੇਤ ਪਿੰਡ ਦੇਵੇ। ਮ੍ਰਿਤੂ ਅਸਥਾਨ ਵਿੱਚ ਸਮਨਾਮ ਪਿੰਡ ਦੇਵੇ, ਜਿਸ ਨਾਲ ਭੂਮੀ ਤੇ ਦੇਵਤੇ ਖੁਸ਼ ਹੁੰਦੇ ਹਨ। ਘਰ ਦੇ ਦੁਆਰ ਪਰ 5 ਨਾਮਕ ਪਿੰਡ ਦੇਵੇ, ਜਿਸ ਨਾਲ ਭੂਤ, ਪਿਸ਼ਾਚ ਆਦਿ ਕਾਰਨ ਵਿਘਨ ਨਹੀਂ ਪੈਂਦਾ। ਇਸ ਤੋਂ ਪਿੱਛੋਂ
ਨੂੰਹਾਂ ਉਸ ਦੀ ਪ੍ਰਦਖਣਾ ਕਰਕੇ ਪੈਰਾਂ ਨੂੰ ਪੂਜਣ। ਜਿਹੜਾ ਪੁੱਤਰ ਆਪਣੇ ਮਾਤਾ ਪਿਤਾ ਦੇ ਮਰਨ ਪਰ ਮੋਢਾ ਦੇ ਕੇ ਮਸਾਣਾ ਨੂੰ ਲੈ ਜਾਂਦਾ ਹੈ, ਉਹ ਪੈਰ ਪੈਰ 'ਤੇ ਅਸ਼ਮੇਧ ਜੱਗ ਦੇ ਫਲ ਨੂੰ ਪ੍ਰਾਪਤ ਕਰਦਾ ਹੈ। ਫਿਰ ਅੱਧਾ ਰਾਹ ਲੰਘ ਕੇ ਭੂਮੀ ਨੂੰ ਸਾਫ਼ ਕਰਕੇ ਪਾਣੀ ਛਿੜਕਾਵੇ ਅਤੇ ਵਿਸ਼ਰਾਮ ਕਰਾਵੇ ਅਤੇ ਪ੍ਰੇਤ ਦੇ ਨਿਮਿੱਤ ਦਾਨ ਕਰੇ। ਇਸ ਤੋਂ ਪਿੱਛੋਂ ਦੇਹ ਨੂੰ ਮਸਾਣਾ ਵਿੱਚ ਲਿਜਾ ਕੇ ਸੰਸਕਾਰ ਵਾਸਤੇ ਜ਼ਮੀਨ ਨੂੰ ਸਾਫ਼ ਕਰਕੇ ਗੋਹੇ ਦਾ ਪੋਚਾ ਫੇਰ ਕੇ ਸ਼ੁੱਧ ਕਰੇ। ਕੱਚੇ ਮਾਸ ਦੇ ਭਖਸ਼ਕ ਅਗਨੀ ਦੇਵ ਦੀ ਪੂਜਾ ਕਰੇ। ਕਹੇ, ਹੇ ਅਗਨੀ ਦੇਵ, ਤੁਸੀਂ ਸਭ ਜਗਤ ਦੇ ਧਾਰਨ ਕਰਨ ਵਾਲੇ ਹੋ, ਇਸ ਮ੍ਰਿਤਕ ਦੀ ਆਤਮਾ ਦਾ ਸਰਗਵਾਸ ਕਰੋ। ਫਿਰ ਚੰਦਨ, ਤੁਲਸੀ, ਲੱਕੜ, ਕਪਾਹ, ਪਲਾਸ ਤੇ ਪਿੱਪਲ ਦੀਆਂ ਲੱਕੜੀਆਂ ਦੀ ਚਿਤਾ ਤੇ ਮ੍ਰਿਤਕ ਨੂੰ ਰੱਖ ਕੇ ਦੱਖਣਾ ਸਮੇਤ ਪਿੰਡ ਦੇਵੇ। ਇਸ ਤਰ੍ਹਾਂ ਪ੍ਰੇਤ ਨੂੰ 5 ਪਿੰਡ ਦੇ ਕੇ ਪਹਿਲੇ ਲੋਮ ਭੈ ਸਵਾਹਾਂ ਇਹਨਾਂ ਵਾਕਾਂ ਨਾਲ ਹੋਮੀ ਗਈ ਅੱਗ ਨੂੰ ਘਾਹ ਵਿੱਚ ਲਗਾ ਕੇ ਪੁੱਤਰ ਅਗਨੀ ਦੇਵੇ। ਜੇ ਪੰਚਕਾਂ ਵਿੱਚ ਸੰਸਕਾਰ ਕਰ ਦਿੱਤਾ ਜਾਵੇ ਤਾਂ ਘਰ ਦੇ ਦੂਸਰਿਆਂ ਦੀ ਮੌਤ ਹੁੰਦੀ ਹੈ। ਅਤੇ ਧਨਿਸ਼ਟਾ ਲੈ ਕੇ ਰੇਵਤੀ ਦੇ ਅੰਤ ਤੱਕ 5 ਨਛੱਤਰਾਂ ਨੂੰ ਪੰਚਕ ਕਹਿੰਦੇ ਹਨ। ਇਹਨਾਂ ਨਛੱਤਰਾਂ ਦਾ ਪਤਾ ਲੈਣ ਲਈ ਬ੍ਰਾਹਮਣ ਦੀ ਪ੍ਰਸੰਨਤਾ ਲੈਣੀ ਅਤੀ ਜ਼ਰੂਰੀ ਹੈ। ਨਹੀਂ ਤਾਂ ਤਿਲ ਦਾ ਪਾਤਰ, ਸੋਨਾ, ਚਾਂਦੀ ਅਤੇ ਰਤਨ ਆਦਿ ਨੂੰ ਜਥਾ ਕ੍ਰਮ ਕਹਿੰਦੇ ਭਾਂਡੇ ਵਿੱਚ ਘਿਓ ਭਰ ਕੇ ਦੋਸ਼ ਦੀ ਸ਼ਾਂਤੀ ਵਾਸਤੇ ਬ੍ਰਾਹਮਣ ਨੂੰ ਦਾਨ ਕਰੇ। ਅੱਧਾ ਸੜ ਜਾਣ ਪਰ ਜਾਂ ਸਾਰਾ ਸੜ ਜਾਣ ਪਰ ਮ੍ਰਿਤਕ ਦੇ ਮੱਥੇ ਨੂੰ ਫੋੜੇ, ਕਪਾਲ ਕਿਰਿਆ ਕਰੇ। ਗ੍ਰਸਤੀ ਦੇ ਮੱਥੇ ਨੂੰ ਲੱਕੜ ਨਾਲ, ਜਤੀ ਦੇ ਮੱਥੇ ਨੂੰ ਨਰੇਲ ਨਾਲ ਫੋੜੇ। ਬ੍ਰਹਮ ਲੋਕ ਦੀ ਪ੍ਰਾਪਤੀ ਵਾਸਤੇ ਉਸ ਦੇ ਬ੍ਰਹਮ ਰੰਧਕ ਦਾ ਭੇਦਕ ਕਰੇ ਅਤੇ ਪੁੱਤਰ ਇਸ ਮੰਤਰ ਨਾਲ ਘਿਓ ਦੀ ਆਹੂਤੀ ਦੇਵੇ। ਹੇ ਪਾਵਕ ਅਗਨੀ, ਤੂੰ ਵਾਸਦੇਵ ਤੋਂ ਪੈਦਾ ਹੋਈ ਹੈ, ਤੂੰ ਇਸ ਮ੍ਰਿਤਕ ਦੀ ਆਤਮਾ ਨੂੰ ਸਵਰਗ ਲੋਕ ਵਿੱਚ ਪਹੁੰਚਾਉਣ ਲਈ ਪ੍ਰਜਵਲਿਤ ਹੋ ਕੇ ਇਸ ਦੀ ਸਥੂਲ ਦੇਹ ਨੂੰ ਭਸਮ ਕਰ। ਫਿਰ ਉੱਚੀ ਸਾਰੀ ਸੁਰ ਨਾਲ ਰੋਣਾ ਚਾਹੀਦਾ ਹੈ। ਇਸ ਨਾਲ ਪ੍ਰਾਣੀ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸੰਸਕਾਰ ਦੇ ਪਿੱਛੋਂ ਪਹਿਲੇ ਇਸਤਰੀਆਂ ਅਤੇ ਫਿਰ ਪੁੱਤਰਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਆਪਣੇ ਨਾਂ ਅਤੇ ਗੋਤਰ ਦਾ ਉਚਾਰਨ ਕਰਕੇ ਤਿਲਾਂਜਲੀ ਦੇਵੇ। ਫਿਰ ਕੁਝ ਨਿੰਮ ਦੇ ਪੱਤੇ ਰੱਖਣੇ ਚਾਹੀਦੇ ਹਨ ਅਤੇ ਮ੍ਰਿਤਕ ਦੇ ਗੁਣਾਂ ਦਾ ਵਰਣਨ ਕਰਦੇ ਹੋਏ ਪਹਿਲੇ ਇਸਤਰੀਆਂ ਫਿਰ ਆਦਮੀ ਘਰ ਨੂੰ ਜਾਣ। ਘਰ ਵਿੱਚ ਫਿਰ ਇਸ਼ਨਾਨ ਕਰਕੇ ਗੋ ਗਰਾਸ ਦੇ ਕੇ ਪੱਤਲ ਵਿੱਚ ਭੋਜਨ ਕਰੋ ਅਤੇ ਆਪਣੇ ਘਰ ਦਾ ਅੰਨ ਨਾ ਖਾਓ। ਇਸ ਤੋਂ ਪਿੱਛੋਂ ਦੱਖਣਾ ਭਿਮੁਖ ਹੋ ਕੇ ਮ੍ਰਿਤਕ ਦੇ ਥਾਂ ਨੂੰ ਲਿਪੋ। 12 ਦਿਨ ਤੱਕ ਰਾਤ ਦਿਨ ਮ੍ਰਿਤਕ ਅਸਥਾਨ ਪਰ ਦੀਵਾ ਜਗਾਵੋ। ਹੇ ਗਰੁੜ, ਸੂਰਜ ਅਸਤ ਹੋਣ ਸਮੇਂ ਮਸਾਣਾ ਵਿੱਚ ਜਾਂ ਚੁਰਾਹੇ ਵਿੱਚ ਮਿੱਟੀ ਦੇ ਭਾਂਡੇ ਵਿੱਚ ਦੁੱਧ ਅਤੇ ਪਾਣੀ 3 ਦਿਨ ਰੱਖੋ। ਸੂਤਰ ਨਾਲ 3 ਲੱਕੜੀਆਂ ਨੂੰ ਬੰਨ੍ਹ ਕੇ ਇੱਕ ਤਪਾਈ ਬਣਾਵੇ ਅਤੇ ਉਸ 'ਤੇ ਦੁੱਧ ਰੱਖ ਕੇ ਇਹ ਮੰਤਰ ਪੜ੍ਹੇ, ਤੁਸੀਂ ਸ਼ਮਸ਼ਾਨ ਦੀ ਅੱਗ ਦੇ ਨਾਲ ਭਸਮ ਹੋਏ ਅਤੇ ਸੰਬੰਧੀਆਂ ਤੋਂ ਤਿਆਗੇ ਗਏ ਹੋ। ਤੁਹਾਡੇ ਲਈ ਇਹ ਜਲ ਹੈ ਅਤੇ ਇਹ ਦੁੱਧ ਹੈ। ਜਲ ਨਾਲ ਇਸ਼ਨਾਨ ਕਰੋ ਅਤੇ ਦੁੱਧ ਪੀਓ। ਜਿਹੜਾ ਅਗਨੀ ਹੋਤਰੀ ਹੋਵੇ ਉਸ ਦੇ ਚੌਥੇ ਦਿਨ ਅਤੇ ਜਿਹੜਾ ਅਗਨੀ ਹੋਤਰੀ ਨਾ ਹੋਵੇ ਉਸ ਦੇ ਤੀਸਰੇ ਜਾਂ ਦੂਸਰੇ ਦਿਨ ਫੁੱਲ ਚੁਗਣੇ ਚਾਹੀਦੇ ਹਨ। ਮਸਾਣਾ ਵਿੱਚ ਜਾ ਕੇ ਇਸ਼ਨਾਨ ਕਰਕੇ ਮੰਤਰ ਨਾਲ ਬਲੀ ਦੇ ਕੇ 3 ਪਰਿਕਰਮਾ ਕਰੇ ਅਤੇ ਦੁੱਧ ਛਿੜਕ ਕੇ ਫੁੱਲ ਚੁਣੇ। ਅਸਥੀਆਂ ਨੂੰ ਦੁੱਧ ਨਾਲ ਧੋ ਕੇ ਫਿਰ ਪਾਣੀ ਨਾਲ ਧੋਵੋ। ਫਿਰ ਕਿਸੇ ਭਾਂਡੇ ਵਿੱਚ ਰੱਖ ਦੇਵੇ ਅਤੇ ਵਿਧੀ ਪੂਰਵਕ ਸ਼ਰਾਧ ਕਰੇ। ਫਿਰ ਤਿਕੋਨਾ, ਸਥੰਡਲ, ਥੜਾ ਚੌਤਰਾ ਬਣਾ ਕੇ ਗੋਹੇ ਨਾਲ ਚੌਂਕਾ ਫੇਰੇ ਅਤੇ ਦੱਖਣ ਵੱਲ ਮੂੰਹ ਕਰਕੇ 3 ਦਿਸ਼ਾ ਵਿੱਚ 3 ਪਿੰਡ ਦੇਵੇ। ਚਿਤਾ ਦੀ ਭਸਮ ਨੂੰ ਇਕੱਠਾ ਕਰਕੇ ਲੱਕੜੀ ਦੀ ਤਿਪਾਈ ਰੱਖ ਕੇ ਉਸ ਪਰ ਪਾਣੀ ਦਾ ਭਰਿਆ ਘੜਾ ਰੱਖੇ। ਇਸ ਦੇ ਪਿੱਛੋਂ ਚੌਲਾਂ ਦਾ ਪਾਕ ਬਣਾ ਕੇ ਅਤੇ ਘਿਓ ਮਿਲਾ ਕੇ ਵਿਧੀ ਪੂਰਵਕ ਪ੍ਰੇਤ ਵਾਸਤੇ ਮਿੱਠੀ ਬਲੀ ਦੇਵੇ। 5-10 ਕਦਮ ਉੱਤਰ ਵੱਲ ਚੱਲ ਕੇ ਟੋਆ ਖੋਦ ਕੇ ਫੁੱਲਾਂ ਦੇ ਭਾਂਡੇ ਨੂੰ ਉਸ ਵਿੱਚ ਰੱਖ ਦੇਵੇ। ਫਿਰ ਸੰਸਕਾਰ ਦੀ ਪੀੜ ਦਰਦ ਨਾਸ਼ ਕਰਨ ਲਈ ਪਿੰਡ ਦੇਵੇ। ਫੁੱਲਾਂ ਦੇ ਭਾਂਡੇ ਨੂੰ ਕੱਢ ਕੇ ਕਿਸੇ ਜਲ ਵਾਲੇ ਥਾਂ ਜਾ ਕੇ ਦੁੱਧ ਅਤੇ ਪਾਣੀ ਨਾਲ ਬਾਰ-ਬਾਰ ਅਸਥੀਆਂ ਨੂੰ ਧੋਵੇ। ਫਿਰ ਉਹਨਾਂ ਨੂੰ ਚੰਦਨ, ਕੇਸਰ ਆਦਿ ਨਾਲ ਚੰਗੀ ਤਰ੍ਹਾਂ ਪਵਿੱਤਰ ਕਰੇ। ਉਹਨਾਂ ਅਸਥੀਆਂ ਨੂੰ ਆਪਣੇ ਮੱਥੇ ਅਤੇ ਹਿਰਦੇ ਨਾਲ ਲਗਾ ਕੇ ਉਹਨਾਂ ਦੀਆਂ ਪਰਿਕਰਮਾ ਅਤੇ ਨਮਸਕਾਰ ਕਰਕੇ ਸ੍ਰੀ ਗੰਗਾ ਜੀ ਵਿੱਚ ਪ੍ਰਵਾਹ ਕਰੇ। ਜਿਸ ਪ੍ਰਾਣੀ ਦੀਆਂ ਅਸਥੀਆਂ 10 ਦਿਨ ਦੇ ਅੰਦਰ ਗੰਗਾ ਜੀ ਵਿੱਚ ਪੈ ਜਾਂਦੀਆਂ ਹਨ ਉਹ ਫਿਰ ਪਰਲੋਕ ਤੋਂ ਇਸ ਲੋਕ ਵਿੱਚ ਨਹੀਂ ਆਉਂਦਾ।
ਜਿੰਨੇ ਸਾਲ ਤੱਕ ਮਨੁੱਖਾਂ ਦੀਆਂ ਅਸਥੀਆਂ ਗੰਗਾ ਜਲ ਵਿੱਚ ਰਹਿਣ, ਓਨੇ ਹਜ਼ਾਰ ਬਰਸ ਉਹ ਸਵਰਗ ਲੋਕ ਵਿੱਚ ਆਨੰਦ ਮਾਣਦਾ ਹੈ। ਹੰਸ, ਪਰਮਹੰਸ, ਕੁਟੀ, ਚੱਕਰ, ਬਹੁਦਕ ਇਹਨਾਂ ਸੰਨਿਆਸੀਆਂ ਦੇ ਮਰਨ ਪਰ ਇਹਨਾਂ ਨੂੰ ਜ਼ਮੀਨ ਵਿੱਚ ਦਬਾ ਦਿਓ, ਦਾਹ ਕਰਨ ਨਾ ਕਰੋ। ਜੋ ਗੰਗਾ ਆਦਿ ਮਹਾਨਦੀ ਨੇੜੇ ਮਰੇ ਤਾਂ ਉਸ ਨਦੀ ਵਿੱਚ ਪ੍ਰਵਾਹ ਕਰ ਦਿਓ, ਨਹੀਂ ਤਾਂ ਜ਼ਮੀਨ ਵਿੱਚ ਦੱਬ ਦਿਓ। ਗਰੁੜ ਪੁਰਾਣ ਅਧਿਆਇ 11ਵਾਂ। ਇਸ ਅਧਿਆਇ ਵਿੱਚ ਗਰੁੜ ਜੀ ਦਸ਼ ਗਾਤਰ ਦਾ ਫਲ ਪੁੱਛ ਕੇ ਇਹ ਵੀ ਪੁੱਛਦੇ ਹਨ ਕਿ ਜੇ ਪੁੱਤਰ ਨਾ ਹੋਵੇ ਤਾਂ ਦਸ਼ ਗਾਤਰ ਕੌਣ ਕਰੇ। ਪਹਿਲਾਂ ਦਸ਼ ਗਾਤਰ ਦੇ ਅਰਥ ਸਮਝ ਲਈਏ। ਗਾਤਰ ਦਾ ਅਰਥ ਹੈ ਦੇਹ, ਸਰੀਰ, ਅੰਗ। ਜਮਦੂਤਾਂ ਦੀਆਂ ਸਜ਼ਾਵਾਂ ਦਾ ਭਿਆਨਕ ਡਰ ਪਾਉਣ ਲਈ ਅਥਵਾ ਸਵਰਗ ਲੋਕ ਨੂੰ ਮਾਨਣ ਲਈ ਬ੍ਰਾਹਮਣ ਨੇ ਮਰੇ ਹੋਏ ਪ੍ਰਾਣੀ ਲਈ ਮਨੁੱਖਾ ਸਰੀਰ ਵਰਗਾ ਇੱਕ ਨਵਾਂ ਸਰੀਰ ਆਪ ਹੀ ਘੜਦਿਆ ਹੋਇਆ ਹੈ। ਪੁਰੋਹਿਤ ਜੀ ਦਾ ਕਥਨ ਹੈ ਕਿ ਇਸ ਸਰੀਰ ਨੂੰ ਬਣਾਉਣ ਲਈ ਪਹਿਲੇ 10 ਦਿਨਾਂ ਦੇ ਪਿੰਡ ਬੜੇ ਜ਼ਰੂਰੀ ਹਨ। ਇਹ ਭਰਮ ਕਰਮ ਹਿੰਦੂ ਧਰਮ ਦਾ ਹਿੱਸਾ ਬਣ ਚੁੱਕਾ ਹੈ। ਇਸ ਮੱਤ ਦੇ ਅਨੁਸਾਰ ਮੋਏ ਪ੍ਰਾਣੀ ਪਿੱਛੋਂ 10 ਦਿਨਾਂ ਦਾ ਕਰਮ 10 ਗਾਤਰ ਹੈ। ਇਸ ਵਿੱਚ ਪਿੰਡ ਦਾਨ ਆਦਿ ਕੀਤਾ ਜਾਂਦਾ ਹੈ। ਇਸ ਪਿੰਡ ਦਾਨ ਤੋਂ 10 ਦਿਨਾਂ ਵਿੱਚ ਪ੍ਰੇਤ ਦਾ ਗਾਤਰ ਸਰੀਰ ਬਣਦਾ ਹੈ। ਪਹਿਲੇ ਦਿਨ ਦੇ ਪਿੰਡ ਤੋਂ ਸਿਰ, ਦੂਜੇ ਦਿਨ ਦੇ ਪਿੰਡ ਤੋਂ ਨੱਕ, ਕੰਨ, ਅੱਖਾਂ ਆਦਿ। ਇਸੇ ਤਰ੍ਹਾਂ 10ਵੇਂ ਦਿਨ ਪੈਰ ਬਣ ਕੇ ਦੇਹ ਪੂਰੀ ਹੋ ਜਾਂਦੀ ਹੈ। ਬ੍ਰਾਹਮਣ ਦੀ ਕਲਪਨਾ ਦੀ ਉਪਜ ਸ੍ਰੀ ਵਿਸ਼ਨੂੰ ਭਗਵਾਨ ਜੀ ਫਰਮਾਨ ਕਰਦੇ ਹਨ ਕਿ ਜੇ ਪੁੱਤਰ ਨਾ ਹੋਵੇ ਤਾਂ ਨੂੰਹ ਇਹ ਕਿਰਿਆ ਕਰਮ ਕਰੇ, ਨੂੰਹ ਨਾ ਹੋਵੇ ਤਾਂ ਉਸ ਦਾ ਸਕਾ ਭਰਾ ਕਰੇ। ਪ੍ਰਾਣੀ ਦੇ ਵੱਡੇ ਭਰਾ ਜਾਂ ਛੋਟੇ ਭਰਾ ਦਾ ਪੁੱਤਰ, ਪੋਤਰਾ ਅਥਵਾ ਮਿੱਤਰ ਵੀ ਦਸ਼ ਗਾਤਰ ਕਰ ਸਕਦਾ ਹੈ। ਜੇ ਕੋਈ ਨਾ ਹੋਵੇ ਤਾਂ ਪੁਰੋਹਿਤ ਕਰੇ। ਜਿਹੜਾ ਕੋਈ ਅਨਾਥ ਪ੍ਰੇਤ ਦਾ ਸੰਸਕਾਰ ਕਰਾਉਂਦਾ ਹੈ ਉਸ ਨੂੰ ਕਰੋੜਾਂ ਜੱਗਾਂ ਦਾ ਫਲ ਮਿਲਦਾ ਹੈ। ਜੇ ਬਹੁਤੇ ਪੁੱਤਰਾਂ ਵਿੱਚ ਪਿਤਾ ਦੀ ਜਾਇਦਾਦ ਦੀ ਵੰਡ ਹੋ ਗਈ ਹੋਵੇ ਤਾਂ ਸਾਰੇ ਪੁੱਤਰ ਸ਼ਰਾਧ ਆਦਿ ਸਭ ਕੁਝ ਵੱਖੋ ਵੱਖਰੇ ਕਰਨ। ਬ੍ਰਾਹਮਣ ਦੀ ਆਮਦਨ ਦਾ ਵਿਸ਼ਨੂੰ ਜੀ ਨੂੰ ਬੜਾ ਉਚੇਚਾ ਫਿਕਰ ਕਿਸ ਕਾਰਨ ਉਪਜ ਰਿਹਾ ਹੈ। ਭਗਵਾਨ ਜੀ ਕਹਿੰਦੇ ਹਨ ਕਿ ਜਿਹੜਾ ਪੁੱਤਰ ਆਪਣੇ ਮਾਤਾ ਪਿਤਾ ਦੇ ਦਸ਼ ਗਾਤਰ ਤੋਂ ਲੈ ਕੇ ਵਰ੍ਹਾ ਭਰ ਸ਼ਰਾਧ ਕਰਦਾ ਹੈ ਉਸ ਨੂੰ ਗਿਆ ਸ਼ਰਾਧ ਦੇ ਬਰਾਬਰ ਫਲ ਮਿਲਦਾ ਹੈ। ਅੰਨ, ਬਸਤਰ, ਫਲ ਤੇ ਹੋਰ ਵਸਤੂ ਜੇ ਪ੍ਰੇਤ ਸ਼ਬਦ ਨਾਲ ਦਿੱਤੀ ਜਾਵੇ ਉਹ ਮ੍ਰਿਤਕ ਨੂੰ ਆਨੰਦ ਫਲ ਦੇਣ ਵਾਲੀ ਹੁੰਦੀ ਹੈ। ਜਿਸ ਵਿਧੀ ਨਾਲ ਪਹਿਲੇ ਦਿਨ ਪਿੰਡ ਦੇਵੇ ਉਸੇ ਵਿਧੀ ਨਾਲ 9 ਦਿਨ ਤੱਕ ਪਿੰਡ ਦੇਵੇ। ਦੂਸਰੇ ਦਿਨ ਮਾਸ ਦਾ ਪਿੰਡ ਦਿਓ, ਕਿਉਂਕਿ ਕਲਯੁਗ ਵਿੱਚ ਮਾਸ ਦਾ ਪਿੰਡ ਦੇਣਾ ਮਨ੍ਹਾ ਹੈ, ਇਸ ਲਈ ਮਾਂ ਦਾ ਪਿੰਡ ਦਿਓ। 10ਵੇਂ ਦਿਨ ਸਭ ਸੰਬੰਧੀ ਕਿਰਿਆ ਕਰਨ ਵਾਲੇ ਪੁੱਤਰ ਸਮੇਤ ਮੁੰਡਨ ਕਰਾਉਣ। 10 ਦਿਨ ਤੱਕ ਇੱਕ ਇੱਕ ਬ੍ਰਾਹਮਣ ਨੂੰ ਮਠਿਆਈ ਦਾ ਭੋਜਨ ਕਰਾਓ ਅਤੇ ਉਸ ਦੇ ਅੱਗੇ ਹੱਥ ਜੋੜ ਕੇ ਪ੍ਰੇਤ ਦੀ ਮੁਕਤੀ ਲਈ ਪ੍ਰਾਰਥਨਾ ਕਰੋ ਅਤੇ ਦੱਖਣਾ ਮਾਇਆ ਦਿਓ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਤੀਜੇ ਕਾਂਡ ਦਾ ਚੌਥਾ ਭਾਗ, ਗਰੁੜ ਪੁਰਾਣ ਦਾ ਅਧਿਆਇ 9ਵਾਂ, 10ਵਾਂ ਅਤੇ 11ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।